ਸਾਹਿਬ ਜੀਓ। ਪਿਰ ਰਾਵੇ ਰੰਗ ਰਤੜੀਏ, ਪਿਰ ਕਾ ਮਹਿਲ ਤਿਨ ਪਾਇਆ ਰਾਮ। ਸੋ ਸਹੁ ਅਤ ਨਿਰਮਲ ਦਾਤਾ, ਜਿਨ ਬਿਚੋਂ ਆਪ ਗਵਾਇਆ ਰਾਮ। ਬਿਚੋਂ ਮੋਹ ਚੁਕਾਇਆ, ਜਾਂ ਹਰ ਪਾਇਆ। ਹਰ ਕਾਮਣ ਮਨ ਭਾਣੀ, ਅਨ ਦਿਨ ਗੁਣ ਗਾਵੈ ਨਿਤ ਸਾਚੇ। ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਏਕੋ ਵਰਤੈ। ਬਿਨ ਗੁਰ ਕਿਨੈ ਨਾ ਪਾਇਆ, ਨਾਨਕ ਰੰਗ ਰਬੈ ਰੰਗ ਰਾਤੀ। ਜਿਨ ਹਰ ਸੇਤੀ ਚਿਤ ਲਾਇਆ, ਨਾਨਕ ਰੰਗ ਰਬੈ ਰੰਗ ਰਾਤੀ। ਜਿਨ ਹਰ ਸੇਤੀ ਚਿਤ ਲਾਇਆ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੋੜ ਮਿਲ ਬੈਠੇ ਗੁਰੂ ਪਿਆਰਿਓ, ਆਪ ਸਾਰੇ ਹੀ ਸਤਿਕਾਰਯੋਗ ਹੋ, ਧੰਨਤਾ ਦੇ ਯੋਗ ਹੋ। ਮਾਲਕ ਦੀ ਬਖਸ਼ਿਸ਼ ਹੈ। ਚੱਲ ਰਹੀ ਲੜੀ ਦੇ ਤਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਬੜੇ ਲੰਮੇਰੇ ਸਮੇਂ ਤੋਂ ਆਪਾਂ ਪੜ੍ਹਦੇ ਵਿਚਾਰਦੇ ਆ ਰਹੇ ਹਾਂ। ਸੋ ਗੁਰੂ ਬਖਸ਼ਿਸ਼ ਕਰੇ, ਆਓ ਜੋ ਆਪਾਂ ਅੱਜ ਦਾ ਸੂਹੀ ਰਾਗ ਦੇ ਵਿੱਚੋਂ ਤੀਜੇ ਪਾਤਸ਼ਾਹ ਜੀ ਦੀ ਰਚਿਤ ਬਾਣੀ ਇੱਕ ਸ਼ਬਦ ਦੇ ਵਿੱਚੋਂ ਤੀਸਰਾ ਬੰਦ ਪੜ੍ਹਿਆ ਹੈ, ਇਸੇ ਹੀ ਬੰਦ ਦੀ ਵਿਚਾਰ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਕਰ ਹੋਇਆ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਵਿੱਚੋਂ ਪਿਰ ਰਾਵੇ ਰੰਗ ਰਤੜੀਏ, ਪਿਰ ਕਾ ਮਹਿਲ ਤਿਨ ਪਾਇਆ ਰਾਮ। ਜਿਸ ਦੇ ਅੱਖਰੀ ਅਰਥ ਪਿਰ ਰਾਵੇ, ਜਿਹੜੀ ਜੀਵ ਇਸਤਰੀ ਆਪਣੇ ਪਿਰ ਪ੍ਰਭੂ ਪਰਮਾਤਮਾ ਮਾਲਕ ਦੇ, ਰਾਵੇ ਤੋਂ ਭਾਵ ਮਲਾਪ, ਮਲਾਪ ਤੋਂ ਭਾਵ ਆਪਾਂ ਲੈਣਾ ਸਿਮਰਨ, ਉਹਦੀ ਯਾਦ ਵਿੱਚ ਜੁੜਦੀ ਹੈ। ਹਰ ਵੇਲੇ ਆਪਣੇ ਮਾਲਕ ਨੂੰ ਧਿਆਨ ਵਿੱਚ ਰੱਖਦੀ ਹੈ, ਉਹ ਕਦੇ ਵਿਸਾਰਦੀ ਨਹੀਂ। ਇੱਕ ਤਾਂ ਆਪਾਂ ਨੂੰ ਪਤਾ ਵਿਛੋੜਾ ਹੁੰਦਾ, ਇੱਕ ਵਿਸਾਰਨਾ ਹੁੰਦਾ। ਕਈ ਵਾਰ ਮਨੁੱਖ ਸਰੀਰ ਕਰਕੇ ਦੂਰ ਹੋ ਜਾਂਦਾ, ਵਿਛੜ ਜਾਂਦਾ ਤੇ
ਆਪਾਂ ਉਸ ਨੂੰ ਆਪਣੀ ਸੁਰਤ ਦੇ ਵਿੱਚੋਂ ਵਿਸਾਰਦੇ ਨਹੀਂ ਹਾਂ। ਤੇ ਕਈ ਵਾਰ ਸਰੀਰ ਕਰਕੇ ਆਪਾਂ ਬਿਲਕੁਲ ਨੇੜੇ ਰਹਿੰਦੇ ਹਾਂ ਪਰ ਸੁਰਤ ਚੋਂ ਵਿਸਾਰ ਦਿੰਦੇ ਹਾਂ। ਇੱਥੇ ਧਿਆਨ 'ਚ ਰੱਖਣ ਤੋਂ ਭਾਵ ਕੀ ਹੈ ਕਿ ਜਿਹੜੀ ਜੀਵ ਇਸਤਰੀ ਆਪਣੇ ਮਾਲਕ ਪਿਰ ਨੂੰ ਵਿਸਾਰਦੀ ਨਹੀਂ ਹੈ, ਸਰੀਰ ਕਰਕੇ ਭਾਵੇਂ ਸਾਨੂੰ ਦੂਰ ਜਾਪਦਾ ਹੋ, ਪਰ ਚੇਤਾ ਰੱਖਿਓ ਉਹਨੂੰ ਆਪਣੀ ਸੁਰਤ ਦੇ ਵਿੱਚ, ਆਪਣੇ ਧਿਆਨ ਦੇ ਵਿੱਚ ਰੱਖਣਾ, ਨਾ ਵਿਸਰਨ ਦੇਣਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਜੇ ਵਿਸਰ ਗਿਆ ਕੀ ਹੋਵੇਗਾ? ਪਾਤਸ਼ਾਹ ਜੀ ਕਹਿੰਦੇ ਮਰ ਜਾਵਾਂਗੇ। ਤੇ ਪਰਸੋਂ ਦੀ ਵਿਚਾਰ ਵਿੱਚ ਸੀ ਨਾ ਵੀ ਅਸੀਂ ਗੁਰੂ ਪਾਤਸ਼ਾਹ ਜੀ ਦੇ ਨਾਲ ਇੱਕ ਉਹ ਪ੍ਰਣ ਕਰਨਾ ਵੀ ਅਸੀਂ ਕਦੇ ਨਾ ਮਰੀਏ। ਪਾਤਸ਼ਾਹ ਨੇ ਬੜੀ ਸੋਹਣੀ ਇੱਕ ਐਗਜ਼ਾਮਪਲ ਦੇ ਕੇ ਨਾ, ਉਦਾਹਰਨ ਦੇ ਕੇ ਸਾਨੂੰ ਸਮਝਾਇਆ ਵੀ ਉਹ ਪ੍ਰਮਾਤਮਾ ਜੀ ਨਾਲ, ਆਪਣੇ ਗੁਰੂ ਨਾਲ ਦਾਅਵਾ ਕਰ ਵੀ ਕਦੇ ਨਾ ਮਰੀਏ। ਤੇ ਕਦੇ ਨਾ ਮਰਨ ਤੋਂ ਭਾਵ ਅਸੀਂ ਆਪਣੀ ਜੀਵ ਆਤਮਾ ਕਰਕੇ, ਸੁਰਤ ਕਰਕੇ ਚੜ੍ਹਦੀ ਕਲਾ ਚ ਰਹੀਏ, ਕਦੇ ਨਾ ਵਿਕੇਗੀ। ਵਿਕ ਜਾਣਾ, ਕਿਸੇ ਵਿਸ਼ੇ ਅੱਗੇ ਹਾਰ ਜਾਣਾ, ਕਿਸੇ ਵੀ ਵਾਧੂ ਦੀ ਫੋਕਟ ਕਰਮ ਦੀ ਸਾਡੀ ਸੁਰਤ ਤੇ ਦਬਾਅ ਬਣ ਜਾਵੇ, ਪ੍ਰੈਸ਼ਰ ਬਣ ਜਾਵੇ, ਲਾਲਚ ਲੋਭ ਆ ਜਾਵੇ, ਬਸ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਨਿਕਲ ਜਾਈਏ। ਜਿਹੜਾ ਨਿਕਲ ਗਿਆ ਉਪਰਾਮ ਹੋ ਗਿਆ, ਸੰਤੋਖੀ ਜੀਵਨ ਆ ਗਿਆ, ਉਹ ਕਦੇ ਨਹੀਂ ਫਿਰ ਮਰਦਾ। ਉਹ ਫਿਰ ਆਪਣੇ ਮਾਲਕ ਨੂੰ ਧਿਆਨ 'ਚ ਰੱਖਦਾ ਹੋਇਆ ਹਮੇਸ਼ਾ ਜਿਉਂਦਾ ਰਹਿੰਦਾ, ਕਿਉਂਕਿ ਸਾਡਾ ਮਾਲਕ ਵੀ ਸਦਾ ਹੀ ਜਿਉਣ ਵਾਲਾ ਤੇ ਅਸੀਂ ਵੀ ਸਦਾ ਹੀ ਜਿਉਣ ਵਾਲੇ ਬਣ ਜਾਵਾਂਗੇ ਜੇ ਉਹ ਮਾਲਕ ਨੂੰ ਆਪਣੇ ਧਿਆਨ 'ਚ ਰੱਖੀਏ, ਵਿਸਰਨ ਨਾ ਦਈਏ। ਆਖਾਂ ਜੀਵਾਂ, ਆਖਦਾ ਹਾਂ, ਯਾਦ ਕਰਦਾ ਹਾਂ, ਜਿਉਂਦਾ ਹਾਂ, ਵਿਸਰ ਜਾਵੇਂ ਤਾਂ ਮੇਰੀ ਮੌਤ ਹੋ ਜਾਂਦੀ। ਆਤਮਕ ਮੌਤ, ਸਰੀਰਕ ਮੌਤ ਨਹੀਂ, ਆਤਮਕ ਮੌਤ ਹੋ ਜਾਂਦੀ ਹੈ। ਵਿਸਰੈ ਮਰ ਜਾਉ, ਇੱਥੇ ਗੱਲ ਵਿਛੋੜੇ ਦੀ ਨਹੀਂ ਕੀਤੀ ਵੀ ਵਿਛੜ ਗਿਆ ਤਾਂ ਮਰ ਜਾਵਾਂਗਾ, ਨਾ, ਗੱਲ ਵਿਸਰਨ ਦੀ ਹੈ। ਵਿਛੋੜੇ ਵਿੱਚ ਤੇ ਵਿਸਰਨ ਵਿੱਚ ਅੰਤਰ ਆ। ਇੱਕ ਵਿਛੋੜਾ, ਇੱਕ ਵਿਸਰਨਾ। ਹੁਣ ਵਿਸਰਨਾ ਨਹੀਂ ਹੈ ਤੇ ਨਾ ਵਿਸਾਰਨਾ ਹੈ, ਪਰ ਵਿਛੋੜਾ, ਦੂਰੀ, ਸਰੀਰਕ ਦੂਰੀ ਬਣ ਸਕਦੀ ਹੈ। ਵਾਹਿਗੁਰੂ ਭਲਾ ਕਰੇ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਤੂੰ ਆਪਣੇ ਮਾਲਕ ਨੂੰ ਆਪਣੇ ਧਿਆਨ ਵਿੱਚ ਰੱਖ, ਉਹਨੂੰ ਵਿਸਰਨ ਨਾ ਦੀ, ਉਹ ਹਮੇਸ਼ਾ ਯਾਦ ਕਰਿਆ ਕਰ। ਫਿਰ ਕੀ ਹੈ? ਆਨੰਦਨ ਸਹਿਜੇ ਮਾਤੀ ਰਾਮ, ਆਨੰਦ ਦਿਨ ਦਿਨ ਰਾਤ ਤੂੰ ਆਪਣੇ ਮਾਲਕ ਦੇ ਰੰਗ ਵਿੱਚ ਰੰਗੀ ਰਹੇਗੀ। ਆਹ ਬਖਸ਼ਿਸ਼ ਹੋਣੀ ਹੈ। ਦੁਨੀਆ ਦੇ ਵਿੱਚ ਬੜੀਆਂ ਬੋਲੀਆਂ, ਬੜੇ ਟੱਪੇ, ਬੜੀਆਂ ਕਵਿਤਾਵਾਂ, ਬੜੀਆਂ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਨੂੰ ਕਹਿੰਦਾ ਮੈਨੂੰ ਆਪਣੇ ਰੰਗ ਵਿੱਚ ਰੰਗ ਲੈ। ਬੰਦਾ ਦੂਸਰੇ ਆਦਮੀ ਨੂੰ, ਬੰਦੇ ਨੂੰ ਕਹਿੰਦਾ, ਆਪਣਾ ਮਿੱਤਰ ਦੂਜੇ ਮਿੱਤਰ ਨੂੰ ਕਹਿੰਦਾ ਮੈਨੂੰ ਆਪਣੇ ਰੰਗ ਵਿੱਚ ਰੰਗ ਲੈ। ਅਰਥ ਭਾਵ ਕਿ ਜਿਹੋ ਜਿਹਾ ਤੇਰਾ ਸੁਭਾਅ ਉਹੋ ਜਿਹਾ ਮੇਰਾ ਸੁਭਾਅ ਬਣਾ ਦੇ, ਜਾਂ ਜਿਹੋ ਜਿਹਾ ਮੇਰਾ ਸੁਭਾਅ ਉਹੋ ਜਿਹਾ ਆਪਣਾ ਸੁਭਾਅ ਬਣਾ ਲੈ। ਇੱਥੇ ਆਪਾਂ ਬੰਦੇ ਦੀ ਗੱਲ ਨਹੀਂ ਕਿ ਇੱਥੇ ਗੁਰੂ ਦੀ ਗੱਲ ਆ। ਇਹ ਗੁਰੂ ਜੀ, ਇਹ ਮਾਲਕ ਜੀ, ਅਸੀਂ ਗੁਰਬਾਣੀ ਕੇਵਲ ਪੜ੍ਹਨ ਤੱਕ ਸੀਮਤ ਨਾ ਰਹਿ ਜਾਈਏ, ਅਸੀਂ ਗੁਰਬਾਣੀ ਬਣੀਏ, ਉਹਦੇ ਰੰਗ ਵਿੱਚ ਰੰਗੇ ਜਾਈਏ। ਫਿਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਫਿਰ ਤੂੰ ਆਪਣੇ ਮਾਲਕ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂ ਜੀਵ ਆਤਮਾ ਦੇ ਸੰਬੰਧੀ ਰੰਗੀ ਜਾਵੇਂਗੀ। ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੀ ਗਈ, ਫਿਰ ਕੀ ਹੈ? ਸੋ ਸਹੋ, ਸੋ ਉਹ ਸਹੋ ਤੋਂ ਭਾਵ ਸਹਿ ਨਾਲ ਪਿਆਰ, ਜਿਨ੍ਹਾਂ ਦਾ ਮਾਲਕ ਨਾਲ ਪਿਆਰ ਹੋ ਗਿਆ। ਸੋ ਸਹੋ ਅਤ ਨਿਰਮਲ ਦਾਤਾ, ਉਹ ਇੰਨਾ ਕੋ ਨਿਰਮਲ ਦਾਤਾ ਗਾ ਵੀ ਉਹਦੇ ਵਰਗਾ ਨਿਰਮਲ, ਉਹਦੇ ਵਰਗਾ ਪਾਕ ਪਵਿੱਤਰ, ਉਹਦੇ ਵਰਗਾ ਸਾਫ਼ ਸਾਨੂੰ ਦੁਨੀਆ ਦੇ ਵਿੱਚ ਕੁਛ ਵੀ ਨਹੀਂ ਮਿਲੇਗਾ। ਜੇ ਆਪਾਂ ਨਿਗਾਹ ਕੁਦਰਤ ਦੇ ਕ੍ਰਿਸ਼ਮਿਆਂ ਵੱਲ ਮਾਰ ਕੇ ਵੇਖੀਏ ਨਾ, ਕੁਦਰਤ ਦੀਆਂ ਬਣਾਈਆਂ ਹੋਈਆਂ
ਜੋ ਵੀ ਦਾਤਾ ਨੇ ਸਾਡੇ ਸਮਾਜ ਦੇ ਵਿੱਚ ਉਹਨਾਂ ਵੱਲ ਨਿਗਾਹ ਮਾਰਗੇ ਤਾਂ ਉਹ ਵੀ ਗੰਦਲੀਆਂ ਹੋ ਚੁੱਕੀਆਂ। ਸੂਰਜ बेशक वो अग दा रूप है, अग है पर है गंदली। पातशाह जी कहते मैला चंद मैला सूर, सूरज भी मैला, चंद्रमा भी मैला, हवा मैलीन होगी, पानी पानी नूं भी मैले दा दर्जा दिता गुरु साहब ने। पानी नूं भी पातशाह जी कहते मैला, मिट्टी मिट्टी भी मैली आ। हुण निर्मल की आ भाव कि वो परमात्मा अकाल पुरख वाहिगुरु खुद आप निर्मल है ते ओ निर्मल दे भौ विच निर्मल भौ पाया, हर गुण गाया। निर्मल दे भौ विच जिंदगी जिउणी आ पातशाह जी कहते, ओदे डर विच बस इनू ही कहानियां वो रब जी दे रंग विच रंगे जाएगी। जिदों ओदे डर विच जिंदगी जिउणी शुरू कर दित्ती ना, फिर साडे जीवन दा जिहड़ा वेस आ किहो जिहा बन जावेगा, ज्ञानवान। कबीर जहां ज्ञान तह धर्म है, ज्ञानी बन गए हुण धर्मी बन गए। पातशाह जी कहते बस इन्नी की गल है, धर्मी बनना है पर बनने तो पहला ज्ञान जरूर प्राप्त होना चाहिए। मतलब सानू गुरु दी मत होनी अति जरूरी है। सुहागण बनने तो पहला सुहागणा वाले गुण होने अति जरूरी ने। उदा तन ते ना पहरावे किसी भी तरह के पहन लीए आपां, लाल नीले पीले हरे आपो अपनी मत मुताबक, पर पहरावा तन ते पा के सुहागण नहीं बनया जाता। सुहागणा वाला वेस अपनी अंदर दी अवस्था वो बनानी पवेगी। फिर पातशाह जी कहते तू इवें जिवें अपने मालक दे रंग विच रंगया जावेगा। वो वाहिगुरू परमेश्वर परमात्मा अति निर्मल है, उहदे वर्गा होर कोई पाक पवित्र नहीं है। जिन विचों आप गवाया ते जिहड़ा फिर वो मालक ना जुड़ गया ना, वो अपने विचों हौमे वर्गियां बीमारियां खत्म कर लैंदा है। आप गवाईए तां सहो पाईए, अपना आपा गवा लिया तां सहो पाईए मालक पा लिया। और कैसी चतराई, चतराइयां नाल नहीं, बातन ही आसमान गरावे हैं। गल्लां बातां नाल तां मनुख आसमान थल्ले ला लैंदा है, गरा लैंदा है। आसमान दे विच ताकियां लाउण दी गल करदा, आसमान च ना टांके लाउण दी गल करदा बंदा गल्लां दे नाल। पर भाई गुरदास जी वर्गे साडी कौम दे महान हीरे वो भी विचार दिंदे ने, कहंदे प्रीतम के देश कैसे बातन स्यों जाइए। ते अल्लाह खुदा दे नाल यारी पाउणी है ना, ते उत्थे गल्लां उत्थे पहरावा उत्थे बाहरी तौर ते किसी तरह की होर मत क्रिया नहीं चलती। उत्थे प्रैक्टिकल जीवन उहनूं देना पैंदा। उस अकाल पुरख वाहिगुरू जी नूं ओ दाता जी दे सामने बिल्कुल सच्ची इंटरव्यू होनी आ। दुनिया दे विच इंटरव्यू हुंदी आ, पर उहदे विच किते ना किते मैलापन हो सकदा नहीं है। पर गुरु अगे जिहड़ी अपनी स्टेटमेंट देनी है ना, वो बिल्कुल साफ होनी चाहिए है। कई बार आपां नूं पता ना दुनिया दे विच रहिंदे, एक छोटी जी उदाहरण ले लो। मन लो भी स्कूल दे विच अपना बच्चा पढ़दा, टीचर ने बच्चे नूं की कहा बेटा भी कल नूं अपने ना अकाउंट दी स्टेटमेंट लेके चाहिए, शक पैगी। हुण देखो जिहड़ी स्टेटमेंट आ ना, वो बच्चा ही तां नहीं है भी अपनी आप ही बना लिआऊगा। ते स्टेटमेंट तो आपां नूं पता बैंक दे विचों लेनी है ना, वो तो मुलाजमां ने देनी है, ते अगलियां ने स्टेटमेंट बिल्कुल सही देनी है। किन्ने खाते च हन, किन्ने नहीं हन, किहो जिहा तेरा विहार आ, किहो जिहा नहीं विहार, तेरा उन्हां नाल विहार चंगा जां माड़ा, सब कुछ अगले ने कढ के दे देना गा। इवें जिवें गुरु एक साडा टीचर हैगा, बहुत बड़ा उस्ताद आ साडा, उन्हें सानू समझाया कहते बेटा तेरी स्टेटमेंट चाहिदी हैगी जिंदगी दी, गल्लां नहीं, हत्थीं लिखत नहीं, ये मुख दे विचों निकले हुए दावे नहीं, ना ना बिल्कुल तेरी असली स्टेटमेंट चाहिदी आ। फिर वो किहो जी होवे, पातशाह जी कहंदे बिल्कुल सही होनी चाहिदी आ, उहदे विच किते बदलाव नहीं होना चाहिदा गा।
फिर ताइयों मेरे मालक ने सच्चे पातशाह ने जिक्र किया कि वो परमात्मा बिल्कुल साडी जिंदगी दी असलीयत नज़र अपने च लेके आउंदा गा। वो वेखदा भी ये जपदा भी है, ਇਹਦੇ ਅੰਦਰ ਗੁਣ ਵੀ ਹਨ, ਇਹਦੇ ਅੰਦਰ ਨਿਰਮਲ ਨੂੰ ਪਾਉਣ ਦੇ ਲਈ ਕੁਝ ਨਾ ਕੁਝ ਆਈਡੀਆ ਦਿਮਾਗ ਵਿੱਚ ਸੋਚ ਵਿਚਾਰ ਚਲਦੀ ਵੀ ਹੈ ਜਾਂ ਨਹੀਂ ਚਲਦੀ। पर माफ़ करना, वैसे आप रोज़ समझते इस गल नूं, बहुती वो दुनिया जिहड़ी केवल गल्लां बातां दे विच ही उलझ के रह गई। बड़े वो दुनिया दे केस ने जिहड़े साडे हवाई फैर नहीं हुंदे, जिवें हवाई फैर वांग ना उड़ गए, भुल गए, खत्म हो गए, किधरों किधर नूं गए, किधरों ना गए। रोजाना कोई ना कोई साडी जिंदगी च नवें तो नवीं वड्डी तो वड्डी आफत आउंदी है। वाहिगुरू भला करे। इत्थे पासे जिक्र करते ने, कहते फिर विचों आप गवाई है तेरे अंदरूनी लेवल की स्टेटमेंट वो वाहिगुरू जी ने वेखनी है। उन्हें तेनों देखना भी विचों तू अपना आपा गवा लिया जां नहीं गया, मतलब हौमै मैं मेरी खत्म होगी जां नहीं होगी, तेरी जरण शक्ति वध गई जां नहीं वध गई, तेरे अंदर दा सुभाव बदल गया जां नहीं बदलिया। ये गुरु पातशाह जी ने कहते तेरा पक्ष वेखना गा। फिर पासे जिक्र करते ने, कहते विचों मोह चुकाया जां हर मन भाया, हर कामन मन भानी। कहते फिर ओही ही जीव आत्मा औरत दे रूप विच कामन, कामन मीनज भैन औरत दे रूप विच ओ परमात्मा नूं चंगी लगन लग जांदी है। मन भानी, मन भानी तो मन नूं भा गई, भाव ओ वाहिगुरू परमेश्वर परमात्मा नूं चंगे लगांगे असीं। हुण दुनिया दे विच तां आपां सारे समझदे ना भी किसे नूं आपां जितना होवे आपां उहदे मुताबक चलदे आ। इह साडा सुभाਅ दुनिया दा भी वो बंदे का सुभाਅ किहो जिहा, वो साडे तन नूं सोहना वेखना चाहुंदा तां आपां तन नूं शिंगारांगे, वो खाना चंगा पसंद करदा तुहानूं वधिया बना के खवावांगे, वो तन ते कपड़े चंगे पहनने वेखदा तां तन ते कपड़े पहने चंगे पहनांगे। मतलब जिहो जिहा पक्ष वेखदा, वो अमीरी वेखदा, बहुते परिवार है ना भी केवल अमीरी देखते ने, होर नहीं कुछ वेखदे, फिर उहो जिहा वेश विखावांगे। चलो की वेखदा वो आपां मौके ते देखदे आ भी किहो जिहा सुभाਅ आ। पर रब जी कहते वो ना वारी तौर पर भाई किसी तरह की प्रॉपर्टी वेखे, ना वो पैसे वेखे, ना अमीरी, कुछ नहीं देखता, ना वो चेहरा वेखे, ना वो तन ते पहने लिबास वेखे भी तू धर्मिया वाला लिबास पहनया जां नहीं पहनया। वाहिगुरू भला करे, इस गल नूं जरूर समझो, कोई धर्मिया का स्पैशल लिबास दुनिया दे विच गुरु ने नहीं दिता सानूं। गुरु किहड़ा? साहिब श्री गुरु ग्रंथ साहिब महाराज की विचारधारा। ये तां दुनिया की जो रीत चलती होंदी वो रीत के मुताबक असीं पहन लैंदे हैगे। ते बहुतियां दी इदां दी भावना होंदी है, नहीं जी आ रंग पहनना माड़ा ते आ चंगा। चलो वखरा विशा गा, उधरला अपना विशा नहीं है। पर इत्थे गुरदेव पातशाह जी कहंदे वो परमात्मा ने इस तरह वेखदा गा। वो की वेखदा गा? वो तां ये वेखदा भी तू अंदरों बदल गया जां नहीं बदलिया। तेरे अंदर मतलब साडे अंदर कुछ गुण आवड़े भी हन कि नहीं आए। निवण सो अखर खावण गुण वाला जीवन बन गया कि नहीं बनया। कबीर जहां ज्ञान तह धर्म है, धर्मी बनने तो पहला ज्ञानी बन गया कि नहीं बनया। उन्हें आ चीज़ वेखनी आ। वाहिगुरू परमेश्वर ने सानू कोई स्पैशल किसी तरह का बाहरी तौर पर रूप बना के दिता नहीं, पेश नहीं किया गा। वो तो भाई गुरदास ने दस दिता सानू, बाबे भेख बनाया, बाबे ने भेख बना लिया। किहो जा जिहो जा दुनिया का मत सी उन्हां वर्गा बन गया। जे दुनिया उन्हां टाइमां दे विच गेरूगे रंग दे कपड़े पहनने पसंद करदी है ना, बाबे नानक ने उहो जिहा सवाल है, कहंदा कोई गल नहीं भी जिवें तुसीं चंगा मानदे हो ना, मैनूं कोई मतलब नहीं। गेरूगे रंग दे पावां, चिट्टे पावां, काले पावां, हरे पावां, मैनूं की मतलब, पर तुहाडा किहो जिहा पक्ष आ? तुसीं उदासियां दे प्रभाव थल्ले हो, कोई गल नहीं, मैं भी उदासी बन के तुहाडे च विचरूंगा। ठीक है ना? तुसी उदासी लोकां दी ज्यादा सुनते हो ना, तो मैं भी उहो जिहा लिबास बन के ही तुहाडे कोले पहुंचांगा। मैनूं कोई मतलब नहीं भी आ लिबास माड़ा ते आ चंगा ना। उदासी की रीत चलाई, बाबे ने तां रीत चला ली होगी।
ਤੇ ਅੱਗੋਂ ਸਾਨੂੰ ਬਾਣੀ 'ਚ ਸਮਝਾਤਾ ਵੀ ਕੇਵਲ ਪਹਿਰਾਵੇ ਮਗਰ ਨਾ ਪਏ ਜੀ। ਪਹਿਰਾਵਾ ਕਿਹੋ ਜਿਹਾ, ਪਰ ਪਹਿਰਾਵੇ ਦੇ ਅੰਦਰ ਕੀ ਲੁਕਿਆ ਹੋਇਆ ਉਹ ਸਾਫ਼ ਹੋਣਾ ਚਾਹੀਦਾ। ਜਿਵੇਂ ਹੋਰ ਉਦਾਹਰਨ ਲੈ ਲਓ, ਮੌਜੂਦਾ ਥੋੜੇ ਟਾਈਮ ਤੋਂ ਪਹਿਲਾਂ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਾਂ ਨੂੰ ਪਤਾ ਨਾ ਕਿੱਥੋਂ ਬਾਹਰ ਨਿਕਲ ਕੇ ਆਏ ਨੇ, ਮਾਛੀਵਾੜੇ ਦੇ ਅਸਥਾਨ ਤੋਂ। ਹੁਣ ਉੱਥੋਂ ਗੁਰਦੇਵ ਪਾਤਸ਼ਾਹ ਜੀ ਜੰਗਲ ਚੋਂ ਬਾਹਰ ਨਿਕਲਦੇ ਆ ਨਾ, ਤੇ ਬਾਬੇ ਨੇ ਹੁਣ ਸਪੈਸ਼ਲ ਬਾਣਾ ਨਹੀਂ ਪਹਿਨਿਆ ਕੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਸਪੈਸ਼ਲ ਤੌਰ ਤੇ ਧਰਮੀਆਂ ਵਾਲਾ ਬਾਣਾ ਪਹਿਨਿਆ ਹੋਵੇ ਨਾ, ਉਹ ਤਾਂ ਸਾਰੇ ਉੱਥੇ ਨਗਰ ਦੇ ਹਮੈਤੀ ਪੁਰਖਾਂ ਦੀ ਰਾਏ ਮੁਤਾਬਕ ਗੁਰੂ ਸਾਹਿਬ ਨੇ, ਪਾਤਸ਼ਾਹ ਜੀ ਨੇ ਇੱਕ ਉਹਨਾਂ ਦੀ ਮੱਤ ਮੁਤਾਬਕ ਉਹ ਪਹਿਰਾਵਾ ਪਹਿਨ ਲਿਆ ਜਿਹੋ ਜਿਹੇ ਪਹਿਰਾਵੇ ਨੂੰ ਉਹਨਾਂ ਦੀ ਨਿਗਾਹ ਵਿੱਚ ਧਰਮੀ ਮੰਨਿਆ ਜਾਂਦਾ ਹੈਗਾ। ਪਾਤਸ਼ਾਹ ਨੇ ਉਹ ਪਹਿਰਾਵਾ ਪਹਿਨ ਲਿਆ, ਕੋਈ ਗੱਲ ਨਹੀਂ, ਲੋੜ ਆ ਕੌਮ ਨੂੰ, ਲੋੜ ਆ ਤੇ ਉਹ ਲੋੜ ਨੂੰ ਵਹਿੰਦੇ ਹੋਏ ਆ ਪਾਤਸ਼ਾਹ ਤੋਂ ਪਿੱਛੇ ਫੈਸਲਾ ਕਰ ਚੁੱਕੇ ਵੀ ਅਸੀਂ ਇੱਥੋਂ ਨਹੀਂ ਜਾਵਾਂਗੇ। ਇਹ ਨਹੀਂ ਹੈ ਵੀ ਡਰ ਕੇ ਕੋਈ ਬਾਹਰ ਨਿਕਲੇ, ਨਹੀਂ। ਇੱਕ ਪਾਤਸ਼ਾਹ ਨੇ ਸੰਗਤ ਦੀ, ਦੁਨੀਆ ਦੀ ਉਸ ਚਾਲ ਨੂੰ, ਉਸ ਗੱਲ ਨੂੰ ਸਮਝਿਆ ਵੀ ਕੀ ਹੋਣਾ ਚਾਹੀਦਾ ਹੈਗਾ। ਫਿਰ ਉੱਥੇ ਫੈਸਲਾ ਹੋਵੇ ਤੁਸੀਂ ਜਾਓ, ਜਾਣਾ ਕਿਵੇਂ ਆ, ਪਹਿਰਾਵਾ ਬਦਲਣਾ ਪਵੇਗਾ। ਹੁਣ ਜੇ ਪਹਿਰਾਵੇ ਦੀ ਗੱਲ ਕਰੀਏ ਤਾਂ ਸੱਚ ਜਾਣਿਓ, ਜੇ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਪਹਿਰਾਵੇ ਨੂੰ ਮਾਨਤਾ, ਸਪੈਸ਼ਲ ਤੌਰ ਤੇ ਧਰਮੀ ਪਹਿਰਾਵੇ ਨੂੰ ਪਖੰਡ ਦੇ ਵਿੱਚ ਮਾਨਤਾ ਦਿੱਤੀ ਹੁੰਦੀ ਨਾ, ਫਿਰ ਅਸੀਂ ਮੰਨ ਲੈਂਦੇ, ਪਰ ਗੁਰੂ ਨੇ ਮਾਨਤਾ ਨਹੀਂ ਦਿੱਤੀ। ਹਾਂ, ਉਹਨੇ ਇਦਾਂ ਜ਼ਰੂਰ ਕਿਹਾਗਾ ਵੀ ਆਪਣੇ ਤਨ ਤੇ ਸਾਫ਼ ਪਹਿਨੋ, ਸੁਥਰਾ ਪਹਿਨੋ, ਬਿਲਕੁਲ ਰੁੱਤ ਦੇ ਮੁਤਾਬਕ ਪਹਿਨੋ, ਖੁੱਲਾ ਪਹਿਰਾਵਾ ਪਹਿਨੋ, ਬਸ ਇਦਾਂ ਦ੍ਰਿਸ਼ਟਾਂਤ ਦਿੱਤਾ। ਖੁੱਲੇ ਤੋਂ ਭਾਵ ਤੁਹਾਡਾ ਅਜਿਹਾ ਲਿਬਾਸ ਹੋਵੇ ਵੀ ਤੁਹਾਨੂੰ ਵੇਖ ਕੇ ਕਿਸੇ ਤਰ੍ਹਾਂ ਦੀ ਕੋਈ ਮੌਤ ਵਰਗੀ ਦੁਰਘਟਨਾ ਨਾ ਵਾਪਰ ਜਾਵੇ, ਨਹੀਂ ਅੱਜ ਵਾਪਰਦੀਆਂ ਨੇ। ਚਲੋ ਹੋਰ ਉਦਾਹਰਨ ਲੈ ਲਓ, ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਕਿੱਥੇ ਗਏ ਨੇ, ਆਪਾਂ ਨੂੰ ਸਭ ਨੂੰ ਪਤਾ, ਦਰਬਾਰ ਸਾਹਿਬ ਗਏ ਨੇ। ਕਿੱਥੋਂ ਆਏ ਨੇ? ਬੀਕਾਨੇਰ ਤੋਂ ਆਏ ਨਾ, ਰਾਜਸਥਾਨ ਵਿੱਚੋਂ ਆਏ ਨੇ। ਆਏ ਕੀ ਕਾਰਨ ਨੇ? ਆਪਾਂ ਨੂੰ ਪਤਾ, ਮੱਸੇ ਰੰਗੜ ਦਾ ਸਿਰ ਕਲਮ ਕਰਨ ਆਏ ਨੇ, ਵੱਢਣ ਆਏ ਨੇ। ਵੱਢਣਾ ਹੈ ਨਾ ਉਹਨੂੰ, ਭਾਵ ਕੁਝ ਨਾ ਕੁਝ ਸਬਕ ਸਿਖਾਉਣ ਦੇ ਲਈ ਆਏ ਨੇ। ਹੁਣ ਤਾਲਾਬੰਦੀ ਕਿੰਨੀ ਕੀਤੀ ਆ, ਮਤਲਬ ਅੱਜ ਦੇ ਸਮੇਂ ਮੁਤਾਬਕ ਕਿੰਨੇ ਵੱਡੇ ਵੱਡੇ ਸਖਤ ਪਹਿਰੇ ਨੇ। ਚਲੋ ਵਾਹਿਗੁਰੂ ਭਲਾ ਕਰੇ ਵੀ ਆਪਾਂ ਸਾਖੀ ਸਾਰੇ ਜਾਣਦੇ ਆ, ਪਰ ਸਾਖੀ ਦੇ ਵਿੱਚੋਂ ਸਿੱਖਿਆ, ਸਾਖੀ ਦੇ ਵਿੱਚੋਂ ਸਿੱਖਿਆ ਕੀ ਆ? ਹੁਣ ਇੱਥੇ ਉਹਨਾਂ ਨੇ ਪਹਿਰਾਵਾ ਕੇਵਲ ਸਪੈਸ਼ਲ ਧਰਮੀਆਂ ਵਾਲਾ ਨਹੀਂ ਪਹਿਨਿਆ। ਜੇ ਸਪੈਸ਼ਲ ਧਰਮੀਆਂ ਵਾਲਾ ਅੜ ਜਾਂਦੇ ਨਾ ਬਾਣਾ ਪਹਿਨਦੇ, ਤਾਂ ਚੇਤਾ ਰੱਖਿਓ ਕਦੇ ਉਹ ਦਰਬਾਰ ਸਾਹਿਬ ਵਿੱਚ ਨਹੀਂ ਜਾ ਸਕਦੇ ਸਨ, ਕਦੇ ਨਹੀਂ ਜਾ ਸਕਦੇ ਸੀ। ਉਹਨਾਂ ਨੂੰ ਆਪਣੇ ਤਨ ਤੇ ਲਿਬਾਸ ਮੌਕੇ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਪਾਉਣਾ ਪੈ ਗਿਆ। ਜੇ ਮੌਕੇ ਦੇ ਹਾਲਾਤ ਆ ਨਾ, ਕੇਸ ਖੁੱਲੇ ਰੱਖਣੇ ਆ, ਖੁੱਲੇ ਰੱਖ ਕੇ ਜਾਣਾਗਾ, ਤਾਂ ਉਹ ਇਦਾਂ ਹੀ ਗਏ ਨੇ। ਜੇ ਮੌਕੇ ਦੇ ਹਾਲਾਤ ਆ ਨਾ, ਕੋਈ ਇਸ ਤਰ੍ਹਾਂ ਦੇ ਆਪਾਂ ਨੰਬਰਦਾਰ ਬਣ ਜਾਈਏ, ਜੋ ਮਾਲੀਆ ਲੈ ਕੇ ਜਾਈਏ ਤੇ ਆਪਾਂ ਨੂੰ ਅੰਦਰ ਲੰਘਣ ਦੇ ਦੇਣਗੇ, ਉਸ ਤਰ੍ਹਾਂ ਦਾ ਪਹਿਰਾਵਾ ਪਹਿਨ ਲਿਆ। ਵੀ ਕਿਹੋ ਜਿਹਾ ਨੰਬਰਦਾਰਾਂ ਦੇ ਪਹਿਰਾਵਾ ਪਹਿਨਿਆ ਹੁੰਦਾਗਾ। ਕਹਿਣ ਤੋਂ ਮੁਰਾਦ ਗੁਰੂ ਨੇ ਸਪੈਸ਼ਲ ਇੱਥੇ ਸਾਨੂੰ ਧਰਮੀਆਂ ਵਾਲੇ ਬਾਣੇ ਦੀ ਗੱਲ ਨਹੀਂ ਕੀਤੀ। ਜੋ ਆਪਾਂ ਕਬੀਰ ਸਾਹਿਬ ਜੀ ਦੀ ਇੱਕ ਪੰਕਤੀ ਦਾ ਵਿਸ਼ਾ ਵੇਖਿਆ ਫੋਲ ਕੇ ਥੋੜਾ ਜਿਹਾ, ਕਬੀਰ ਜਹਾਂ ਗਿਆਨ ਜਿੱਥੇ ਗਿਆਨ ਆ। ਹੁਣ ਗਿਆਨ ਵੇਖਿਆ ਮਾਲਕ ਨੇ, ਉੱਥੇ ਧਰਮ ਆਗਾ। ਸਿਫਰ ਪਾਤਸ਼ਾਹ ਜੀ ਕਹਿੰਦੇ, ਜਦੋਂ ਤੂੰ ਇਦਾਂ ਦੇ ਹਾਲਾਤਾਂ ਵਿੱਚੋਂ ਦੀ ਰਹਿਣ ਲੱਗ ਗਿਆ, ਵਿਚਰਨ ਲੱਗ ਗਿਆ ਨਾ, ਜਦੋਂ ਤੇਰੇ ਜੀਵਨ ਵਿੱਚ ਗਿਆਨ ਮੋਹਰੀ ਹੋ ਗਿਆ, ਫਿਰ ਪਾਤਸ਼ਾਹ ਜੀ ਕਹਿੰਦੇ ਤੂੰ ਉਹ ਮਾਲਕ ਪਰਮੇਸ਼ਰ ਨੂੰ ਭਾ ਜਾਵੇਂਗਾ, ਮਤਲਬ ਚੰਗਾ ਲੱਗ ਜਾਵੇਂਗਾ। ਫਿਰ ਆਪਾਂ ਪੰਕਤੀ ਪੜ੍ਹੀਏ, ਪਾਤਸ਼ਾਹ ਜੀ ਕਹਿੰਦੇ ਨਾ, ਵਿੱਚੋਂ ਮੋਹ ਚੁਕਾਇਆ ਜਾਂ ਹਰ ਭਾਇਆ, ਹਰ ਕਾਮਣ ਮਨ ਭਾਣੀ। ਹਰ ਕਾਮਣ ਉਹ ਜੀਵ ਇਸਤਰੀ, ਉਹ ਮਨੁੱਖ ਮਨ ਭਾਣੀ ਗੁਰੂ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਜਿਹਦੇ ਵਿੱਚ ਗੁਣਾਂ ਦਾ ਵਾਧਾ ਹੋ ਜਾਵੇ। ਗੁਣ ਕਿਹੜੇ? ਨਿਵਣ ਸੋਖਰ ਵਾਲੇ। ਗੁਣ ਕਿਹੜੇ? ਕਬੀਰ ਜਹਾਂ ਗਿਆਨਤ ਹੈ ਧਰਮ ਹੈ। ਇਹ ਗੁਣ ਜਦੋਂ ਮਨੁੱਖ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਨੇ। ਅੱਛਾ, ਇੱਕ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਨਾ ਸ਼ਬਦ ਪੜ੍ਹਦੇ ਹੁੰਦੇ ਆ, ਵੈਸੇ ਤੁਸੀਂ ਬੜੇ ਵਾਰੀ ਸੁਣਿਆ ਹੋਵੇਗਾ। ਉਹ ਸ਼ਬਦ ਦੇ ਬੋਲ ਨੇ, ਕਿਨਕਾ ਏਕ ਜਿਸ ਜੀ ਵਸਾਵੈ। ਬਿਲਕੁਲ ਸੌਖਾ ਜਿਹਾ ਸ਼ਬਦ ਆਗਾ, ਬੜੇ ਰਾਗੀਆਂ ਨੇ ਬੜੇ ਪਿਆਰ ਦੇ ਵਿੱਚ ਭਿੱਜ ਕੇ ਗਾਇਆ ਹੋਇਆ ਹੈਗਾ।
ਆਪੋ ਆਪਣੇ ਲਹਿਜੇ ਦੇ ਵਿੱਚ। ਕਿਨਕਾ ਏਕ ਜਿਸ ਜੀਵ ਸਾਵੈ। ਕਈ ਵਾਰ ਇਸ ਇੱਕ ਪੰਕਤੀ ਤੇ ਸਵਾਲ ਹੋ ਜਾਂਦਾ ਵੀ ਇਹਦਾ ਮਤਲਬ ਕੀ ਆ। ਗੱਲ ਕੀਤੀ ਆ ਕਿਣਕੇ ਦੀ, ਗੱਲ ਕੀਤੀ ਆ ਜੀ ਚ ਵਸਾਉਣ ਦੀ, ਗੱਲ ਕੀਤੀ ਆ ਨਾ ਕਿਣਕੇ ਦੀ, ਗੱਲ ਕੀਤੀ ਆ ਅੰਦਰ ਵਸਾਉਣ ਦੀ। ਉਹ ਕਿਣਕਾ ਕਿਹੜਾ ਗਾ ਜਿਹੜਾ ਸਾਡੇ ਅੰਦਰ ਵਸ ਜਾਵੇ। ਕਿਹੜੇ ਕਿਣਕੇ ਦੀ ਗੱਲ ਕੀਤੀ ਹੈ? ਪਾਤਸ਼ਾਹ ਕਹਿੰਦੇ ਆਹੀ ਕਿਣਕਾ, ਬਸ ਜਿਹੜੀ ਆਪਾਂ ਵਿਚਾਰ ਕਰ ਰਹੇ ਨਾ, ਇਹੀ ਕਿਣਕਾ। ਵੀ ਜਦੋਂ ਕਿਣਕਾ ਮਾਤਰ ਅਸੀਂ ਆਪਣੇ ਅੰਦਰ ਗੁਣ ਲੈ ਜਾਵਾਂਗੇ। ਮੰਨ ਲਓ ਅੱਜ ਦੀ ਵਿਚਾਰ 40 ਮਿੰਟ ਹੋ ਗਈ, 45 ਮਿੰਟ ਹੋ ਗਈ, 45 ਮਿੰਟਾਂ ਦੀ ਪੂਰੀ ਵਿਚਾਰ ਦੇ ਵਿੱਚੋਂ ਇੱਕ ਕਿਣਕਾ ਮਤਲਬ ਰਾਈ ਮਾਤਰ ਥੋੜਾ ਜਿਹਾ ਗਿਆਨ ਵੀ ਸਾਡੇ ਅੰਦਰ ਚਲਾ ਗਿਆ ਨਾ, ਔਗਣ ਖਤਮ ਹੋਣ ਲੱਗ ਜਾਣਗੇ ਤੇ ਗੁਣਾਂ 'ਚ ਵਾਧਾ ਹੋਣ ਲੱਗ ਜਾਊ। ਜਿਵੇਂ ਬਸ ਇੱਕ ਦੁੱਧ ਨੂੰ ਦਹੀਂ ਦੇ ਰੂਪ 'ਚ ਬਦਲਣ ਦੇ ਲਈ ਚਮਚੇ ਹੀ ਖੱਟੇ ਦਾ ਵਾਧੂ ਆਗਾ, ਉਹਨੇ ਬਦਲਤਾ ਸਾਰੇ ਦੇ ਸਾਰੇ ਦੁੱਧ ਨੂੰ। ਨਾ ਰਾਤ ਨੂੰ ਬੈਕਟੀਰੀਆ ਪੈਦਾ ਹੋ ਗਏ, ਰਾਤ ਨੂੰ ਪੂਰੇ ਦੇ ਪੂਰੇ ਦੁੱਧ ਨੂੰ ਜਮਾ ਦਿੱਤਾ। ਇੱਕ ਕਿਣਕੇ ਨੇ ਪੂਰੇ ਦੇ ਪੂਰੇ ਦੁੱਧ ਨੂੰ ਬਦਲਤਾ। ਇਵੇਂ ਜਿਵੇਂ ਗੁਰੂ ਕੀ ਪਾਵਨ ਬਾਣੀ ਦਾ ਗਿਆਨ ਕਿਣਕਾ ਸਾਡੇ ਅੰਦਰ ਵਸ ਜਾਵੇ, ਸ਼ਾਇਦ ਅਸੀਂ ਧੋਖਾ ਨਹੀਂ ਕਦੇ ਖਾਵਾਂਗੇ। ਇੱਕ ਸੱਚੀ ਗੱਲ ਆ ਨਾ, ਅੱਜ ਦੇਖੋ ਸਾਰੇ ਦੁਖੀ ਨੇ, ਵਾਹਿਗੁਰੂ ਭਲਾ ਕਰੇ, ਆਪਾਂ ਵੀ ਉਹਨਾਂ ਦੇ ਨਾਲ ਸਹਿਮਤ ਹਾਂ। ਕੌਣ ਸੁਖੀ ਆ? ਨਹੀਂ, ਸਭ ਸੜਕਾਂ ਤੇ ਆ ਗਏ। ਪਰ ਕਦੇ ਨਾ ਕਦੇ ਵੇਖਣਾ ਪਵੇਗਾ, ਜਿਹੜੇ ਅੱਜ ਅਸੀਂ ਸੜਕਾਂ ਤੇ ਆ ਰਹੇ ਹਾਂ, ਕਦੇ ਨਾ ਕਦੇ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਅਣਗਹਿਲੀ ਕੀਤੀ ਆ। ਇਹ ਜ਼ਰੂਰ ਵੇਖਣਾ ਪਵੇਗਾ। ਜਿਹੜੇ ਅੱਜ ਕਹਿੰਦੇ ਆ ਨਾ ਸਾਡੇ ਮੁੱਖੋਂ ਨਿਕਲੀ ਗੱਲ ਕਾਨੂੰਨ ਹੋਵੇ, ਬਣੀ ਪਈ ਆ, ਜਿਹੜਾ ਮਰਜ਼ੀ ਮਤਾ ਪਾਸ ਕਰਕੇ ਦੇ ਦੇਣ, ਚਲੋ ਜੀ ਮੁੜ ਕੇ ਤੁਰੇ ਫਿਰੋ, ਤੁਸੀਂ ਕੌਣ ਅਸੀਂ ਕੌਣ ਕਹਿ ਰਹੇ ਨਾ। ਅੱਛਾ, ਉਹ ਕੌਣ ਨੇ? ਉਹ ਜਿਹੜੇ ਲੋਕ ਸੜਕਾਂ ਤੇ ਆਏ ਨਾ, ਇਹਨਾਂ ਲੋਕਾਂ ਨੇ ਸ਼ਰਾਬਾਂ ਵੰਡੀਆਂ। ਮਾਫ ਕਰਨਾ, ਮੇਰਾ ਕੋਈ ਇਦਾਂ ਦਾ ਵਿਚਾਰ ਨਹੀਂ ਗਾ ਵੀ ਆਪਾਂ ਉਹਨਾਂ ਦੇ ਵਿਰੋਧ 'ਚ ਆ, ਪਰ ਉਹਨਾਂ ਲੋਕਾਂ ਨੇ ਕਦੇ ਨਾ ਕਦੇ ਹਮਾਇਤ ਕੀਤੀ ਆ। ਜੇ ਕੀਤੀ ਆ ਨਾ, ਉਹ ਖਮਿਆਜਾ ਅੱਜ ਭੁਗਤਣਾ ਪੈ ਰਿਹਾ। ਤੇ ਗੁਰੂ ਕਿਤੇ ਨਾ ਕਹਿੰਦਾ ਤਖਤ ਰਾਜਾ ਸੋਭ ਹੈ, ਜੇ ਤਖਤ ਲਾਇਕ ਹੋਏ। ਜੇ ਇੱਥੇ ਗੁਰੂ ਦੀ ਗੱਲ ਸੁਣੀ ਹੁੰਦੀ ਫੇਰ ਤਾਂ ਰੰਗ ਰੂਪ ਹੋਰ ਹੋਣਾ ਸੀਗਾ। ਜਦੋਂ ਅਸੀਂ ਕਿਤੇ ਨਾ ਕਿਤੇ ਜਾ ਕੇ ਆਪਣੀ ਅੰਦਰ ਦੀ ਗਲਤੀ ਨੂੰ ਨਹੀਂ ਸੁਧਾਰਾਂਗੇ ਤਾਂ ਉਹਦਾ ਖਮਿਆਜਾ ਆਉਣ ਵਾਲੇ ਵਕਤ ਵਿੱਚ ਜ਼ਰੂਰ ਭੁਗਤਣਾ ਪਵੇਗਾ। ਫਿਰ ਉਸੇ ਗੱਲਾਂ ਕਰਕੇ ਸਾਨੂੰ ਅੱਜ ਦੁੱਖ ਭੁਗਤਣਾ ਪੈ ਰਿਹਾ ਹੈਗਾ, ਅੱਜ ਸਾਨੂੰ ਦੁਖੀ ਹੋਣਾ ਪੈ ਰਿਹਾ ਹੈਗਾ। ਚਲੋ ਉਸ ਦੁੱਖ ਦੇ ਨਾਲ ਅਸੀਂ ਵੀ ਆ ਸਾਰੇ, ਅਸੀਂ ਉਹ ਦੁੱਖਾਂ ਦੇ ਹਾਲਾਤਾਂ ਵਿੱਚੋਂ ਗੁਜ਼ਰਾਂਗੇ ਜਾਂ ਗੁਜ਼ਰ ਰਹੇ ਹਾਂ। ਪਰ ਚੇਤਾ ਰੱਖਿਓ, ਕਦੇ ਨਾ ਕਦੇ ਕਸੂਰ ਆ ਨਾ ਜਿਹੜਾ, ਉਹ ਸਾਡੇ ਜੀਵਨ ਦੇ ਵਿੱਚ ਸਾਡਾ ਵੀ ਖੁਦ ਦਾ ਹੈਗਾ ਕਿਤੇ ਨਾ ਕਿਤੇ ਜਾ ਕੇ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜੇ ਤੂੰ ਗਿਆਨਵਾਨ ਹੋ ਜਾਂਦਾ ਫਿਰ ਤੂੰ ਚੁਣਦਾ ਹੀ ਉਹਨੂੰ ਜਿਹੜਾ ਸਭ ਦੀ ਸੋਚੇ। ਕਹਿੰਦੇ ਇੱਕ ਵਾਰ ਨਾ ਇੱਕ ਕਹਿੰਦੇ ਮੁਸਲਮਾਨ ਫਕੀਰ ਆ ਰਾਜਾ ਰਣਜੀਤ ਸਿੰਘ ਦੇ ਰਾਜ 'ਚ। ਚਲੋ ਹੁਣ ਥੋੜੀ ਜਿਹੀ ਗੱਲ ਆ ਗਈ। ਕਹਿੰਦੇ ਨਾ ਰਾਜਾ ਰਣਜੀਤ ਸਿੰਘ ਰਸਤੇ ਵਿੱਚੋਂ ਦੀ ਲੰਘਿਆ ਜਾਵੇ ਤੇ ਮੁਸਲਮਾਨ ਫਕੀਰ ਨੇ ਨਾ ਇੱਕ ਅਰਦਾਸ ਕੀਤੀ। ਉਹ ਅਰਦਾਸ ਦੇ ਵਿੱਚ ਉੱਚੀ ਬੋਲਿਆ, ਕਹਿੰਦਾ ਕਿੰਨਾ ਚੰਗਾ ਹੁੰਦਾ ਜੇ ਰਾਜਾ ਰਣਜੀਤ ਸਿੰਘ ਸਿੱਖ ਰਾਜਾ ਨਾ ਹੁੰਦਾ, ਇਹਦੀ ਥਾਂ ਤੇ ਸਾਡਾ ਮੁਸਲਮਾਨ ਰਾਜਾ ਹੁੰਦਾ। ਉਹਨੇ ਅਰਦਾਸ ਦੇ ਵਿੱਚ ਇਹ ਬੋਲ ਕਹੇ, ਕਿੰਨਾ ਚੰਗਾ ਹੁੰਦਾ। ਰਣਜੀਤ ਸਿੰਘ ਦਾ ਸੁਭਾਅ, ਉਹਨਾਂ ਦਾ ਆਪਣਾ ਨਿੱਜੀ ਸੁਭਾਅ, ਉਹਨੇ ਆਪਣਾ ਥੋੜਾ ਜਿਹਾ ਪਹਿਰਾਵਾ ਬਦਲਿਆ, ਚੁੱਪ ਕਰਕੇ ਉਹ ਫਕੀਰ ਕੋਲੇ ਆ ਵੜਿਆ। ਆ ਕੇ ਕਹਿੰਦਾ, ਫਕੀਰਾ, ਰੱਬ ਦੇ ਬੰਦੇ, ਤੈਨੂੰ ਦੁੱਖ ਕੀ ਆ? ਮੈਂ ਤੇਰੇ ਮੁਖੋਂ ਬੋਲ ਸੁਣੇ ਨੇ, ਜਿਹੜੇ ਤੇਰੇ ਬੋਲ ਆ ਨਾ, ਉਹ ਦੁੱਖ ਪ੍ਰਗਟ ਕਰਦੇ ਆ ਵੀ ਤੂੰ ਦੁਖੀ ਆ। ਦੁਖੀ ਕੀ ਤੋਂ ਆ? ਤੂੰ ਮੌਕੇ ਦੇ ਰਾਜੇ ਤੋਂ ਦੁਖੀ ਆ। ਫਕੀਰ ਬੋਲ ਪਿਆ, ਕਹਿੰਦਾ ਹਾਂ ਦੁਖੀ ਆ। ਕਿਉਂ ਦੁਖੀ ਆ? ਕਹਿੰਦਾ ਮੈਂ ਆਪਣੇ ਹੱਥਾਂ ਦੇ ਨਾਲ ਨਾ ਆਪਣੇ ਧਰਮ ਦੇ ਸੰਬੰਧੀ ਬੜੀਆਂ ਕਿਤਾਬਾਂ ਲਿਖਤੀਆਂ। ਦੁਖੀ ਮੈਂ ਆਇਆ ਹਾਂ ਵੀ ਆਪਣੇ ਹੱਥਾਂ ਦੇ ਨਾਲ ਆਪਣੇ ਧਰਮ ਦੇ ਸੰਬੰਧੀ ਬੜੀਆਂ ਕਿਤਾਬਾਂ ਲਿਖ ਦਿੱਤੀਆਂ। ਕਹਿੰਦਾ ਪਰ ਕਮੀ ਇਹ ਬਹੁਤ ਵੱਡੀ ਪੈਗੀ, ਬਹੁਤ ਵੱਡੀ ਇੱਕ ਦੁਖਾਂਤ ਦੀ ਘੜੀ ਆ ਖੜੀ ਸਾਹਮਣੇ। ਕਿਹੜੀ? ਇਹ ਕਿਤਾਬਾਂ ਮੈਥੋਂ ਹੁਣ ਹਰ ਇੱਕ ਮਸਜਿਦ ਦੇ ਵਿੱਚ ਭੇਜੀਆਂ ਨਹੀਂ ਜਾਣੀਆਂ। ਦੁਨੀਆ ਦੇ ਵਿੱਚ ਘਰ ਘਰ ਅੰਦਰ ਮੈਂ ਕਿਤਾਬ ਭੇਜਣ ਦਾ ਪ੍ਰਣ ਕੀਤਾ ਆਪਣੇ ਆਪ ਨਾਲ। ਇਹ ਕਹਿੰਦਾ ਘਰ ਘਰ ਅੰਦਰ ਮੈਥੋਂ ਕਿਤਾਬ ਭੇਜੀ ਨਹੀਂ ਜਾਣੀ। ਆਹ ਦੁੱਖ ਆ। ਕਿਉਂ? ਕਿਉਂਕਿ ਰਾਜਾ ਸਿੱਖ ਆ।
ਤੇ ਰਾਜਾ ਰਣਜੀਤ ਸਿੰਘ ਨੇ ਪਤਾ ਕੀ ਗੱਲ ਕਹੀ, ਜਿਹੜੀ ਆਪਾਂ ਗੱਲ ਕਹੀ ਆ, ਤਖਤ ਰਾਜਾ ਸੋਭ ਹੈ, ਜੇ ਤਖਤ ਲਾਇਕ ਹੋਏ। ਰਾਜਾ ਰਣਜੀਤ ਸਿੰਘ ਨੇ ਬੜੀ ਸੋਹਣੀ ਗੱਲ ਕਹੀ ਆ, ਕਹਿੰਦਾ ਜਿੰਨੀਆਂ ਕਿਤਾਬਾਂ ਲਿਖੀਆਂ ਨਾ, ਇਹ ਸੇਵਾ ਮੇਰੀ ਲਾ ਦੇ, ਤੇਰੀਆਂ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਛਪਵਾ ਕੇ ਮੈਂ ਮੁਸਲਮਾਨ ਭਰਾਵਾਂ ਦੇ ਘਰ ਵਿੱਚ ਖੁਦ ਵੰਡ ਕੇ ਆਊਂਗਾ। ਆਗਾ ਧਰਮੀ ਰਾਜਾ। ਤੇ ਇੱਕ ਉਹ ਆ ਜਿਹੜਾ ਕਹਿੰਦਾ ਨਾ ਮੈਨੂੰ ਕਿਸਾਨ ਦਿਸਣੇ ਚਾਹੀਦੇ ਆ, ਨਾ ਮਜ਼ਦੂਰ, ਨਾ ਸਿੱਖ, ਨਾ ਹਿੰਦੂ, ਕੁਛ ਨਹੀਂ ਦਿਸਣਾ ਚਾਹੀਦਾ। ਮਾਫ ਕਰਨਾ, ਉਹਨੇ ਧਰਮ ਦੇ ਲੈਵਲ ਤੇ ਵੰਡ ਪਾ ਦਿੱਤੀ। ਕਹਿੰਦਾ ਜੋ ਚਾਹੀਦੇ ਆ ਬਸ ਮੇਰੇ ਵਾਧਾ ਹੋਣਾ ਚਾਹੀਦਾ ਗਾ, ਮੇਰੀ ਮਰਜ਼ੀ ਹੋਣੀ ਚਾਹੀਦੀ ਆ। ਪਰ ਗੁਰੂ ਸਾਹਿਬ ਜੀ ਕਹਿੰਦੇ ਲਾਇਕ ਬੰਦਾ ਭਾਈ ਹੋਣਾ ਚਾਹੀਦਾ, ਜਿਹੜਾ ਰਾਜਾ ਰਣਜੀਤ ਸਿੰਘ ਵਾਂਗੂ ਨਾ ਆਪ ਖੁਦ ਕਿਸੇ ਹੋਰ ਧਰਮ ਦੀ ਕਿਤਾਬ ਛਪੀ ਹੋਈ ਲੋਕਾਂ ਦੇ ਘਰ ਵਿੱਚ ਵੰਡਣ ਦੀ ਸੇਵਾ ਨਿਭਾਵੇ। ਤੇ ਅੱਜ ਵਾਲੇ ਰਾਜੇ ਕਿਹੋ ਜਿਹੇ ਨੂੰ ਆਪਾਂ ਕਰਕੇ ਦੇਖ ਸਕਦੇ ਆਂਗੇ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਾਡੀ ਜ਼ਿੰਦਗੀ ਦੀ ਬਹੁਤ ਵੱਡੀ ਗਿਰਾਵਟ ਇਹ ਆ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਕਿਣਕਾ ਰਾਈ ਮਾਤਰ ਗੁਰੂ ਦਾ ਗਿਆਨ ਆ ਜਿਹੜਾ ਉਹ ਵਸਾ ਨਹੀਂ ਸਕੇਗੇ। ਅੱਜ ਕਿਹੜਾ ਵਸਦਾ ਗਾ, ਅੱਜ ਕਿਹੜਾ ਸਾਡੇ ਅੰਦਰ ਕੋਈ ਭਾਵਨਾ ਹੈ, ਪਰ ਪਾਤਸ਼ਾਹ ਜੀ ਕਹਿੰਦੇ ਜ਼ਰੂਰ ਇਹ ਭਾਵਨਾ ਬਣਾ ਭਾਈ, ਫਿਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜਰਨ ਵਾਲਾ, ਆਪਣੀ ਜ਼ਿੰਦਗੀ ਦੇ ਵਿੱਚ ਤੂੰ ਕੁਝ ਨਾ ਕੁਝ ਕਰਨ ਵਾਲਾ ਬਣ ਸਕਦਾ। ਨਹੀਂ ਬਣੇਗਾ ਤਾਂ ਹੀ ਤੂੰ ਵਾਹਿਗੁਰੂ ਪਰਮੇਸ਼ਰ ਨੂੰ ਚੰਗਾ ਲੱਗ ਸਕਦਾ। ਆਪਣਾ ਪਕਸੀ ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਹਿੰਦੇ ਜਿਨ੍ਹਾਂ ਨੇ ਫਿਰ ਕਿਣਕਾ ਮਾਤਰ ਨਾ ਆਪਣੇ ਦਿਮਾਗ ਦੇ ਵਿੱਚ ਉਹ ਵਾਹਿਗੁਰੂ ਜੀ ਦੇ ਗਿਆਨ ਨੂੰ ਵਸਾ ਲਿਆ, ਫਿਰ ਕੀ ਆ, ਕਹਿੰਦੇ ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਫਿਰ ਰਾਜਾ ਰਣਜੀਤ ਸਿੰਘ ਵਰਗੇ ਹੋਰ ਵੀ ਬੜੇ ਹੋਏ ਨੇ, ਪਰ ਉਦਾਹਰਨ ਇੱਥੇ ਉਹਨਾਂ ਦੀ ਵੀ ਲੈਤੀ ਜਾਂਦੀ ਆ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕੁਝ ਚੰਗਾ ਕੀਤਾ ਗਾ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਅਨ ਦਿਨ ਗੁਣ ਗਾਵੈ ਨਿਤ ਸਾਚੇ, ਕੱਥੇ ਅਕਥ ਕਹਾਣੀ। ਅਨ ਦਿਨ ਹਰ ਰੋਜ਼ ਉਸ ਅਕਾਲ ਪੁਰਖ ਵਾਹਿਗੁਰੂ ਦੇ ਤੂੰ ਗੁਣ ਗਾਇਆ ਕਰ ਭਾਈ। ਅਨ ਦਿਨ ਗੁਣ ਗਾਵੈ ਨਿਤ ਸਾਚੇ, ਨਿਤ ਸੱਚੇ ਵਾਹਿਗੁਰੂ ਦੇ ਗੁਣ ਤੂੰ ਜ਼ਰੂਰ ਗਾਇਨ ਕਰਨੇ ਨੇ, ਗਾਉਣੇ ਨੇ। ਫਿਰ ਕੱਥੇ ਅਕਥ ਕਹਾਣੀ, ਤੇ ਉਹ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਸੁਣਿਆ ਵੀ ਕਰ ਤੇ ਗਾਇਆ ਵੀ ਕਰ, ਮਤਲਬ ਬੋਲਿਆ ਵੀ ਕਰ। ਕਥਾ ਕਹਾਣੀ ਤੋਂ ਭਾਵ ਕੀ ਆ, ਬਬਾਣੀਆਂ ਕਹਾਣੀਆਂ, ਪੁੱਤ ਸੁਪੁੱਤ ਕਰੇਨ, ਮਤਲਬ ਆਪਣੇ ਵੱਡੇ ਵਡੇਰਿਆਂ ਦੀ ਹਿਸਟਰੀ ਨੂੰ ਜ਼ਰੂਰ ਫਰੋਲਿਆ ਕਰ, ਸਮਝਿਆ ਕਰ, ਪੜ੍ਹਿਆ ਕਰ। ਉਹਦੇ ਵਿੱਚੋਂ ਤੈਨੂੰ ਕੁਝ ਨਾ ਕੁਝ ਵਿਵੇਕਤਾ ਮਿਲਣੀ ਆ, ਸਿਆਣਪ ਮਿਲਣੀ ਆ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਮਿੱਤਰ ਨੇ ਮੈਨੂੰ ਹਰੀ ਮਾਲਕ ਜੀ ਦੀਆਂ ਕਥਾ ਕਹਾਣੀਆਂ ਸੁਣਾਉਣ ਦਾ ਸਮਾਂ ਬਖਸ਼ਿਸ਼ ਕੀਤਾ, ਤੇ ਮੈਂ ਜ਼ਰੂਰ ਹਰੀ ਪਰਮਾਤਮਾ ਦੇ ਗੁਣ ਵੀ ਗਾਵਾਂ ਤੇ ਉਹ ਮਾਲਕ ਪਰਮੇਸ਼ਰ ਪਰਮਾਤਮਾ ਦੀ ਕਥਾ ਕਹਾਣੀ ਨੂੰ ਆਪਣੀ ਜ਼ਿੰਦਗੀ 'ਚ ਵਸਾਵਾਂ, ਵੱਡੇ ਵਡੇਰਿਆਂ ਦੇ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਵਾਂ। ਫਿਰ ਕਿਤੇ ਜਾ ਕੇ ਮੇਰੇ ਅੰਦਰ ਨਿਵਣ ਸੁਅੱਖਰ ਖਾਵਣ ਗੁਣ ਵਾਲਾ ਜਿਹੜਾ ਪੁਆਇੰਟ ਆ ਉਹ ਆ ਸਕਦਾ ਹੈ, ਨਹੀਂ ਕਦੇ ਨਹੀਂ ਆਵੇਗਾ। ਮੈਂ ਆਪਣੇ ਆਪ ਨੂੰ ਇੰਨਾ ਕੁ ਬਲਵਾਨ ਕਰ ਸਕਦਾ ਜੋ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ। ਕਹਿੰਦੇ ਜੁਗ ਚਾਰੇ ਸਾਚਾ ਏਕੋ ਵਰਤ ਹੈ। ਫਿਰ ਚਾਰੇ ਯੁੱਗਾਂ ਦੇ ਵਿੱਚ ਇੱਕ ਪਰਮਾਤਮਾ ਜਿਹੜਾ ਸੱਚਾ ਨਾ ਉਹ ਹਰ ਥਾਂ ਤੇ ਵਰਤ ਰਿਹਾਗਾ। ਬਿਨ ਗੁਰ ਕਿਨੈ ਨਾ ਪਾਇਆ, ਗੁਰੂ ਦੇ ਗਿਆਨ ਤੋਂ ਬਿਨਾ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਝ ਨਹੀਂ ਸਕਦੇ ਹਾਂ। ਉਹਨੂੰ ਸਮਝਣਾ ਮੁਸ਼ਕਲ ਹੈ। ਜੇ ਉਹਨੂੰ ਸਮਝ ਗਏ ਨਾ ਫਿਰ ਅਸੀਂ ਜਰਨ ਵੀ ਲੱਗ ਜਾਾਂਗੇ, ਮਤਲਬ ਸਾਡੇ ਅੰਦਰ ਦੀ ਜਰਨ ਸ਼ਕਤੀ ਉਹ ਵੱਧ ਜਾਵੇਗੀ ਜੇ ਸਮਝ ਗਏ। ਜੇ ਨਹੀਂ ਸਮਝੇ ਫਿਰ ਨਹੀਂ। ਫਿਰ ਪਾਤਸ਼ਾਹ ਜੀ ਕਹਿੰਦੇ ਆਪਣੇ ਆਪ ਨੂੰ ਤੂੰ ਖਾਵਣ ਵਾਲਾ ਬਣਾ ਲੇਗਾ, ਕਿਸੇ ਨੂੰ ਖਿਮਾ ਕਰਨ ਵਾਲਾ ਬਣਾ ਲਵੇਂਗਾ, ਇਹ ਤੇਰੇ 'ਚ ਗੁਣ ਆ ਵੜੇਗਾ। ਫਿਰ ਲਾਸਟ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ। ਚਾਰ ਚਫੇਰੇ ਇੱਕੋ ਹੀ ਪਰਮਾਤਮਾ ਉਹ ਵਰਤਦਾ, ਗੁਰੂ ਤੋਂ ਬਿਨਾਂ ਇਸ ਦਾ ਪਤਾ ਨਹੀਂ ਲੱਗੇਗਾ। ਨਾਨਕ ਰੰਗ ਰਵੈ, ਉਹੀ ਹੀ ਉਹ ਮਾਲਕ ਦੇ ਰੰਗ ਵਿੱਚ ਰਤਿਆ ਜਾਵੇਗਾ। ਰੰਗ ਰਾਤੀ ਜਿਨ੍ਹਾਂ ਨੇ ਹਰ ਸੇਤੀ ਚਿੱਤ ਲਾਇਆ, ਹਰੀ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜਿਆ ਹੈ। ਜਿਨ੍ਹਾਂ ਨੇ ਚਿੱਤ ਨਹੀਂ ਜੋੜਿਆ ਨਾ, ਕੇਵਲ ਸਰੀਰ ਜੋੜਿਆ, ਪਾਤਸ਼ਾਹ ਜੀ ਕਹਿੰਦੇ ਉਹ ਫੇਲ ਹੋ ਜਾਂਦੇ ਨੇ। ਉਹ ਕਦੇ ਵੀ ਨਾ ਉਹ ਪਰਮਾਤਮਾ ਦੇ ਨਾਲ ਜੁੜ
ਜੁੜਦੇ ਨੇ ਤੇ ਨਾ ਹੀ ਜੁੜਨ ਦਾ ਉਹਨਾਂ ਕੋਲੇ ਤਰੀਕਾ ਆਉਂਦਾ ਹੈ। ਆਰੰਭਤਾ ਆਪਾਂ ਇੱਥੋਂ ਕੀਤੀ ਸੀ ਵੀ ਆਖਾਂ ਜੀਵਾਂ, ਜੇ ਮੈਂ ਕਹਿੰਦਾ ਹਾਂ ਤਾਂ ਜਿਉਂਦਾ ਹਾਂ, ਜੇ ਨਹੀਂ ਬੋਲਦਾ ਤਾਂ ਮਰ ਜਾਂਦਾ ਹਾਂ। ਵਿਛੜਨਾ ਅਲੱਗ ਵਿਸ਼ਾ ਤੇ ਵਿਸਰਨਾ ਅਲੱਗ ਵਿਸ਼ਾ। ਦੂਰੀ ਬਣ ਜਾਵੇਗੀ ਕੋਈ ਗੱਲ ਨਹੀਂ, ਪਰ ਵਿਸਰਨਾ ਕਦੇ ਨਹੀਂ ਚਾਹੀਦਾ। ਇਹ ਤਾਂ ਆਪਾਂ ਨੂੰ ਪਤਾ ਨਾ ਵੀ ਜਿੰਨੇ ਵੀ ਗੁਰੂ ਪਿਆਰੇ ਹੋਏ ਨੇ ਸਾਰਿਆਂ ਦਾ ਸਰੀਰਕ ਵਿਛੋੜਾ ਤਾਂ ਗੁਰੂ ਨਾਲੋਂ ਪਿਆ, ਪਰ ਵਿਸਰੇ ਨਹੀਂ। ਉਹਨਾਂ ਨੇ ਆਪਣੇ ਧਿਆਨ ਚੋਂ ਗੁਰੂ ਨੂੰ ਵਿਸਾਰਿਆ ਨਹੀਂ ਹੈ। ਵਿਛੜ ਗਏ ਪਰ ਵਿਸਰੇ ਨਹੀਂ। ਆਪਾਂ ਵੀ ਗੁਰੂ ਨਾਲੋਂ ਭਾਵੇਂ ਸਰੀਰਕ ਦੂਰੀ ਬਣ ਜਾਵੇ, ਵਿਛੜ ਜਾਈਏ, ਵੈਸੇ ਅਰਦਾਸ ਕਰਨੀ ਨਾ ਵਿਛੜੀਏ ਪਰ ਵਿਸਰੀਏ ਨਾ। ਜਿੱਦੇ ਵਿਸਰ ਗਏ ਨਾ, ਜਿੱਦੇ ਗੁਰੂ ਨੂੰ ਵਿਸਾਰ ਦਿੱਤਾ ਤੇ ਉਹਦੇ ਗੁਰੂ ਵੀ ਸਾਨੂੰ ਵਿਸਾਰ ਦੇਵੇਗਾ, ਉਹਦੇ ਗੁਰੂ ਨੇ ਵੀ ਸਾਨੂੰ ਨਹੀਂ ਜੇ ਬਖਸ਼ਣਾਗਾ। ਭਾਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਸਾਡੀ ਅੰਦਰੂਨੀ ਤਲ ਤੇ ਭਾਈ ਉਹ ਮਾਲਕ ਪਰਮਾਤਮਾ ਹਾਜ਼ਰ ਨਾਜ਼ਰ ਰਹਿਣਾ ਚਾਹੀਦਾ ਗਾ। ਸੋ ਇੱਥੋਂ ਤੱਕ ਅੱਜ ਦੀ ਜਿਹੜੀ ਵਿਚਾਰ ਆ ਗਈ ਉਹ ਆਪਾਂ ਸਮਾਪਤ ਕਰਦੇ ਆ। ਗੁਰਬਾਣੀ ਪੜ੍ਹਦੇ ਆ, ਬੋਲਦੇ ਆ, ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਗੁਰੂ ਕੀ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ